ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਮੌਜੂਦ ਹਾਂ ਜਲੰਧਰ ਦੇ ਅਰੋੜਾ ਆਈ ਹਸਪੀਟਲ ਦੇ ਵਿੱਚ, ਜਿੱਥੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਆਪਥਲਮੋਲੋਜਿਸਟ ਡਾਕਟਰ ਅਮਨਦੀਪ ਸਿੰਘ ਅਰੋੜਾ ਜੀ, ਜੋ ਕਿ ਸਾਨੂੰ ਇਹ ਦੱਸਣਗੇ ਇਸ ਵੇਲੇ ਕਿ ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦੇ ਆਉਣ ਤੋਂ ਬਾਅਦ, ਇਸ ਪੈਂਡੇਮਿਕ ਦੇ ਆਉਣ ਤੋਂ ਬਾਅਦ ਪ੍ਰਾਈਵੇਟ ਹੈਲਥ ਸੈਕਟਰ ਕਿੰਨਾ ਕੁ ਇਫੈਕਟ ਹੋਇਆ ਤੇ ਕਿਸ ਤਰੀਕੇ ਦੇ ਨਾਲ ਇਫੈਕਟ ਹੋਇਆ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਕਰੋਨਾ ਵਾਇਰਸ ਜਾਂ ਕੋਵਿਡ-19 ਦਾ ਪੈਂਡੈਮਿਕ ਚੱਲ ਰਿਹਾ ਹੈਗਾ ਇਸ ਵੇਲੇ ਆਲ ਓਵਰ ਦਾ ਵਰਲਡ, ਇਹਨੇ ਪ੍ਰਾਈਵੇਟ ਹੈਲਥ ਸੈਕਟਰ ਨੂੰ ਤੇ ਬਿਲਕੁਲ ਹੀ ਕਾਫੀ ਹੱਦ ਤੱਕ ਇਫੈਕਟ ਕੀਤਾ ਹੈਗਾ, ਕਿਉਂਕਿ ਤੁਸੀਂ ਖੁਦ ਸੋਚੋ ਕਿ ਇੱਕ ਆਮ ਪੇਸ਼ੈਂਟ ਲਾਕਡਾਊਨ ਹੋਣ ਕਰਕੇ ਆਪਣੇ ਆਪ ਨੂੰ ਦਿਖਾ ਨਹੀਂ ਸਕਦਾ, ਅਤੇ ਓਬਵੀਅਸਲੀ ਜਿਹੜੇ ਪ੍ਰਾਈਵੇਟ ਹੈਲਥ ਸੈਕਟਰ ਹੁੰਦੇ ਹੈ ਇਹਨਾਂ ਵਿੱਚ ਮੈਨ ਪਾਵਰ ਹੁੰਦੀ ਹੈ ਇਨਵੋਲਵਡ, ਇਨਫਰਾਸਟਰਕਚਰ ਦੀ ਕਾਸਟ ਹੁੰਦੀ ਹੈ, ਡੇਲੀ ਰਨਿੰਗ ਕਾਸਟ ਹੁੰਦੀ ਹੈਗੀ ਹੈ, ਅਤੇ ਓਬਵੀਅਸਲੀ ਜੇ ਪੇਸ਼ੈਂਟ ਨਹੀਂ ਹੈਗੇ ਤਾਂ ਸੈਕਟਰ ਕਿੱਥੋਂ ਚੱਲੇਗਾ। ਹਾਂ, ਇਹ ਜ਼ਰੂਰ ਹੈ ਕਿ ਅੱਜ ਦੀ ਡੇਟ ਵਿੱਚ ਇਹ ਨਹੀਂ ਹੈ ਕਿ ਹੈਲਥ ਸੈਕਟਰ ਬਿਲਕੁਲ ਬੰਦ ਹੋ ਗਿਆ। ਪ੍ਰਾਈਵੇਟ ਹੈਲਥ ਸੈਕਟਰ ਨੇ ਬਿਲਕੁਲ ਆਪਣਾ ਹੱਥ ਨਹੀਂ ਆਪਣੇ ਪਿੱਛੇ ਨਹੀਂ ਗਏ। ਦੇ ਹੈਵ ਕਮ ਇਨ ਫੋਰਫਰੰਟ ਟੂ ਹੈਲਪ ਕੋਵਿਡ ਪੇਸ਼ੈਂਟਸ ਆਲਸੋ। ਇਸ ਤਰ੍ਹਾਂ ਕੰਮ ਕਰ ਰਹੇ ਹੈਗੇ, ਬਟ ਜੇ ਅਸੀਂ ਕਹੀਏ ਕਿ ਐਫੀਸ਼ੀਐਂਸੀ ਕਿੰਨੀ ਹੈਗੀ ਹੈ, ਤਾਂ ਐਫੀਸ਼ੀਐਂਸੀ ਬਹੁਤ ਹੀ ਘੱਟ ਗਈ ਹੈ ਅੱਜ ਦੀ ਸਟੇਜ ਵਿੱਚ। ਸਰ, ਇਸ ਦੇ ਨਾਲ ਇਹ ਚੀਜ਼ ਜ਼ਰੂਰ ਦੱਸਣਯੋਗ ਹੈ ਕਿ ਸਟਾਫ ਜਿਹੜਾ ਹੈ, ਬਹੁਤ ਸਾਰਾ ਸਟਾਫ ਇੰਕਲੂਡਡ ਹੁੰਦਾ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ, ਬਹੁਤ ਸਾਰੀਆਂ ਫੈਮਿਲੀਜ਼ ਡਿਪੈਂਡੈਂਟ ਹੁੰਦੀਆਂ ਹੈ। ਉਹਨਾਂ ਨੂੰ ਕਿੰਨੀਆਂ ਕੁ ਦਿੱਕਤਾਂ ਆਈਆਂ ਅਤੇ ਕਿਸ ਤਰੀਕੇ ਦੇ ਨਾਲ ਉਹ ਕੋਆਪਰੇਟ ਕਰਕੇ ਚੱਲ ਰਹੇ ਨੇ, ਕਿਉਂਕਿ ਇਨਕਮ ਓਨੀ ਹੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਲੋਕਾਂ ਦੀ ਵੀ, ਫॉर ਓਬਵੀਅਸਲੀ ਪ੍ਰਾਈਵੇਟ ਹਸਪੀਟਲਸ ਦੀ ਵੀ, ਪਰ ਸੈਲਰੀਜ਼ ਦੇਣੀਆਂ ਹੁੰਦੀਆਂ ਨੇ। ਬਹੁਤ ਸਾਰੇ ਪੇਰੈਂਟਸ ਹੁੰਦੇ ਨੇ, ਬਹੁਤ ਸਾਰੇ ਬੱਚੇ ਹੁੰਦੇ ਨੇ ਜਿਹੜੇ ਕਿ ਡਿਪੈਂਡ ਹੁੰਦੇ ਨੇ ਟੋਟਲੀ ਇੱਕ ਹਸਪੀਟਲ ਦੇ ਉੱਤੇ, ਇੱਕ ਫੈਮਿਲੀ ਡਿਪੈਂਡ ਹੁੰਦੀ ਹੈ। ਉਹ ਕਿਸ ਤਰੀਕੇ ਦੇ ਨਾਲ ਫਿਰ ਕੋਆਰਡੀਨੇਟ ਕਰ ਰਹੇ ਨੇ ਇਸ ਟਾਈਮ ਦੇ ਵਿੱਚ। ਸਰ ਦੇਖੋ, ਜਿੱਦਾਂ ਹੁਣ ਮੈਂ ਤੁਹਾਨੂੰ ਸਾਫ਼ ਜਿਹੀ ਗੱਲ ਦੱਸ ਰਿਹਾ ਹੈਗਾ, ਜਿੱਦਾਂ ਹੁਣ ਜਿੰਨਾ ਸਾਡੇ ਕੋਲ ਸਟਾਫ ਸੀਗਾ, ਬਹੁਤ ਸਾਰੇ ਲੋਕ ਉਹਦੇ ਵਿੱਚੋਂ ਸਾਡੇ ਨਾਲ ਬਹੁਤ ਅੱਛਾ ਕੋਆਪਰੇਟ ਕਰ ਰਹੇ ਨੇ, ਅਤੇ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਹੈਗਾ। ਕੁਝ ਸਟਾਫ ਹੈਗਾ ਜਿੱਦਾਂ ਸਾਡੇ ਕੋਲ ਹੁਣ ਕੁੜੀਆਂ ਸੀਗੀਆਂ ਜਿਹੜੇ ਕੰਮ ਕਰਦੀਆਂ ਸੀ, ਅਨਮੈਰਿਡ ਹੈਗੀਆਂ, ਉਹ ਸਾਡੇ ਕੋਲ ਨਹੀਂ ਆ ਸਕਦੀਆਂ ਹੈਗੀਆਂ ਬਿਕੋਜ਼ ਆਟੋ 'ਤੇ ਡਿਪੈਂਡੈਂਟ ਸੀਗੀਆਂ। ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਝਟਕਾ ਲੱਗਿਆ, ਦੇ ਕੈਨ ਨਾਟ ਕਮ। ਕੁਝ ਬॉयਜ਼ ਹੈ ਜਿਹੜਾ ਕਿ ਆਪਣੀ ਟਰਾਂਸਪੋਰਟੇਸ਼ਨ 'ਤੇ ਆ ਰਹੇ, ਕੁਝ ਡਰ ਕਰਕੇ ਨਹੀਂ ਆ ਰਹੇ, ਬਟ ਜੇ ਅਸੀਂ ਕਹੀਏ ਕਿ ਅਸੀਂ ਉਹਨਾਂ ਨੂੰ ਕੋਈ ਕੰਮ ਕਹੀਏ ਤਾਂ ਕੋਈ ਪਿੱਛੇ ਨਹੀਂ ਹਟਦਾ, ਅਤੇ ਇਸ ਕਰਕੇ ਅਸੀਂ ਵੀ ਪਿੱਛੇ ਨਹੀਂ ਹਟਦੇ ਹੈਗੇ। ਵੀ ਹੈਵ ਆਲਸੋ ਟਰਾਈ ਟੂ ਹੈਲਪ ਦੈਮ ਇਨ ਅ ਵੇ ਵੀ ਕੈਨ। ਅਤੇ ਸਰ, ਜੇਕਰ ਹੁਣ ਅਸੀਂ ਵੇਖੀਏ ਪੇਸ਼ੈਂਟਸ ਦੇ ਆਸਪੈਕਟ ਤੋਂ, ਅਤੇ ਪੇਸ਼ੈਂਟਸ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਇਸ ਵੇਲੇ। ਕਈ ਰੈਗੂਲਰ OPDs ਹੁੰਦੀਆਂ ਨੇ, ਰੈਗੂਲਰ ਚੈੱਕਅਪਸ ਹੁੰਦੇ ਨੇ, ਉਹ ਨਹੀਂ ਕਰਵਾ ਪਾ ਰਹੇ, ਪਹੁੰਚ ਹੀ ਨਹੀਂ ਪਾ ਰਹੇ ਹਸਪੀਟਲ ਦੇ ਤੱਕ, ਅਤੇ ਹੋਰ ਕਿਹੜੀਆਂ ਐਸੀਆਂ ਕੰਪਲੇਂਟਸ ਨੇ ਜਿਹੜੀਆਂ ਪੇਸ਼ੈਂਟਸ ਤੁਹਾਡੇ ਕੋਲ ਲੈ ਕੇ ਆ ਰਹੇ ਨੇ ਇਸ ਪੈਂਡੇਮਿਕ ਦੇ ਵਿੱਚ। ਦੇਖੋ ਸਰ, ਜਿਹੜੇ ਤੇ ਅਸੀਂ ਜੇ ਕਹੀਏ ਪੇਸ਼ੈਂਟਸ ਨੂੰ ਤਾਂ ਕਾਫੀ ਜ਼ਿਆਦਾ ਪ੍ਰੋਬਲਮਸ ਹੈ। ਹੁਣ ਅੱਖਾਂ ਦੇ ਹਿਸਾਬ ਨਾਲ ਦੇਖੀਏ ਤਾਂ ਅਸੀਂ ਸਿਰਫ ਐਮਰਜੈਂਸੀ ਡੀਲ ਕਰ ਰਹੇ ਹਾਂ, ਜਾਂ ਜਿਹੜਾ ਸਾਡੇ ਕੋਲ ਆ ਕੇ ਦਿਖਾ ਪਾ ਰਿਹਾ ਹੈਗਾ। ਮੈਂ ਦਿਨ ਵਿੱਚ ਅਪਰੋਕਸੀਮੇਟਲੀ 100 ਕਾਲਾਂ ਅਟੈਂਡ ਕਰਦਾ ਹੈਗਾ ਕਿ ਪੇਸ਼ੈਂਟ ਦੀ ਦਵਾਈ ਐਡਜਸਟ ਕਰਨ ਦੀ ਕੋਸ਼ਿਸ਼ ਕਰਦਾ ਹੈਗਾ, ਅਤੇ ਇਹ ਸਭ ਓਬਵੀਅਸਲੀ ਜੇ ਇੱਥੇ ਆ ਕੇ ਦਿਖਾ ਲਈਏ ਤਾਂ ਉਹ ਜ਼ਿਆਦਾ ਐਫੀਸ਼ੀਐਂਟਲੀ ਹੋ ਜਾਣਗੀਆਂ। ਅਸੀਂ ਵੀ ਫੋਨ 'ਤੇ ਕਿੰਨਾ ਦੱਸ ਸਕਦੇ ਹਾਂ ਅਤੇ ਕਿੰਨੀ ਅੱਛੀ ਰਾਏ ਦੇ ਸਕਦੇ ਹਾਂ, ਠੀਕ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਮੋਸਟ ਆਫ ਦਾ ਪੇਸ਼ੈਂਟ ਜਿਹੜੇ ਹੈਗੇ ਆ, ਉਹਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਜੇ ਅਸੀਂ ਕਹੀਏ ਟਰਾਂਸਪੋਰਟੇਸ਼ਨ ਦੀ ਹੈਗੀ ਹੈ। ਉਹ ਬੱਸਿਸ ਉੱਤੇ ਡਿਪੈਂਡੈਂਟ ਹੈ, ਆਟੋਜ਼ ਉੱਤੇ ਡਿਪੈਂਡੈਂਟ ਹੈ। ਸਾਰਿਆਂ ਕੋਲ ਆਪਣੀ ਗੱਡੀ ਅਤੇ ਵਹੀਕਲ ਨਹੀਂ ਹੁੰਦਾ ਹੈਗਾ, ਅਤੇ ਉਹਨਾਂ ਵਿੱਚੋਂ ਜੇ ਕੋਈ ਐਮਰਜੈਂਸੀ ਵਾਲਾ ਹੈ ਉਹ ਤੰਗ ਆ ਰਿਹਾ। ਹਰ ਕਿਸੇ ਦੀ ਪਾਸ ਬਣਾਉਣ ਦੀ ਪਹੁੰਚ ਵੀ ਨਹੀਂ ਹੁੰਦੀ। ਮੇਰੇ ਕੋਲ ਕਈ ਇਹੋ ਜਿਹੇ ਮਰੀਜ਼ ਹੈ ਜਿਨ੍ਹਾਂ ਨੂੰ ਐਮਰਜੈਂਸੀ ਸੀ ਦਿਖਾਉਣ ਦੀ, ਬਟ ਉਹ ਲੇਟ ਹੋ ਗਏ ਕਿਉਂਕਿ ਉਹਨਾਂ ਦਾ ਪਾਸ ਨਹੀਂ ਬਣ ਰਿਹਾ ਸੀ, ਜਾਂ ਪਿੰਡ ਵਿੱਚੋਂ ਨਿਕਲਣ ਨਹੀਂ ਦੇ ਰਿਹਾ ਸੀਗਾ, ਜਾਣ ਦੇ ਰਿਹਾ ਸੀ ਉਹਨਾਂ ਨੂੰ, ਜੋ ਕਿ ਸਾਨੂੰ ਸਮਝਣਾ ਚਾਹੀਦਾ ਹੈ ਕਿ ਕੋਈ ਜੇ ਆਉਣਾ ਚਾਹੁੰਦਾ ਹੈ ਤਾਂ ਉਹਨੂੰ ਆਉਣ ਦੇਣਾ ਚਾਹੀਦਾ ਹੈਗਾ। ਅਤੇ ਸਰ, ਕੀ ਲੋਕਾਂ ਵੱਲੋਂ ਐਸੀਆਂ ਕੰਪਲੇਂਟਸ ਜਾਂ ਐਸੀਆਂ ਜ਼ਰੂਰਤਾਂ ਸੁਣਾਈਆਂ ਗਈਆਂ ਤੁਹਾਨੂੰ ਕਿ ਇਸ ਵੇਲੇ ਸਾਨੂੰ ਇਲਾਜ ਦੀ ਲੋੜ ਹੈ, ਪਰ ਵੀ ਡੋਂਟ ਹੈਵ ਫਾਈਨਾਂਸ, ਐਸੇ ਲੋਕ ਬਹੁਤ ਨੇ ਇਸ ਵੇਲੇ, ਉਹਨਾਂ ਲੋਕਾਂ ਦੀ ਕਿਸ ਤਰੀਕੇ ਦੇ ਨਾਲ ਜਿਹੜੇ ਡਾਕਟਰਸ ਨੇ ਉਹ ਹੈਲਪ ਕਿਸ ਤਰੀਕੇ ਦੇ ਨਾਲ ਕਰ ਰਹੇ ਨੇ? ਦੇਖੋ ਸਰ, ਮੈਂ ਤੁਹਾਨੂੰ ਉਹੀ ਦੱਸ ਰਿਹਾ, ਅਸੀਂ ਦਿਨ ਵਿੱਚ 100 ਕਾਲਾਂ ਅਟੈਂਡ ਕਰ ਰਹੇ ਹਾਂ ਫ੍ਰੀ ਆਫ ਕਾਸਟ। ਮੈਂ ਇਕੱਲਾ ਨਹੀਂ ਕਰ ਰਿਹਾ, ਮੇਰੇ ਬਹੁਤ ਸਾਰੇ ਆਪਥਲਮੋਲੋਜਿਸਟ ਫਰੈਂਡ ਇਹ ਕਰ ਰਹੇ ਹੈਗੇ, ਤਾਂ ਕੋਈ ਮੋਸਟ ਆਫ ਦਾ ਪੀਪਲ ਕੋਈ ਚਾਰਜ ਨਹੀਂ ਕਰ ਰਿਹਾ। ਇੱਕ ਤਰ੍ਹਾਂ ਦੀ ਇਹ ਹੈਲਪ ਹੋਗੀ। ਦੂਸਰਾ, ਇਨ ਦਿਸ ਟਾਈਮ ਸਾਡੇ ਕੋਲ ਇੱਕ ਬੱਚਾ ਆਇਆ ਸੀ ਕਪੂਰਥਲੇ ਤੋਂ, ਉਹਦੇ ਸੱਟ ਲੱਗੀ ਹੋਈ ਸੀ, ਅਤੇ ਹੁਣ ਉਹ ਲੇਬਰਰ ਦਾ ਬੱਚਾ ਸੀਗਾ ਨਾ, ਉਹਦੇ ਕੋਲ ਦਿਹਾੜੀ ਨਾ ਕੁਝ,
ਤਾਂ ਵੀ ਓਪਰੇਟਡ ਹਿਮ ਫ੍ਰੀ ਆਫ ਕਾਸਟ, ਇੱਕ ਲਾਲ ਪੈਸਾ ਨਹੀਂ ਉੱਤੋਂ ਲਿਆ। ਵੀ ਹੈਵ ਟਰਾਈ ਟੂ ਹੈਲਪ ਪੂਅਰ ਪੀਪਲ, ਬਟ ਹਾਂ ਸਾਰਿਆਂ ਨੂੰ ਅਸੀਂ ਓਪੀਡੀ ਛੱਡ ਵੀ ਨਹੀਂ ਸਕਦੇ ਹੈਗੇ, ਸਾਨੂੰ ਵੀ ਓਪੀਡੀ ਫੀਸ ਤਾਂ ਲੈਣੀ ਪੈਂਦੀ ਹੈਗੀ ਹੈ, ਕਿਉਂਕਿ ਅਸੀਂ ਅੱਗੇ ਵੀ ਆਪਣੇ ਸਟਾਫ ਨੂੰ ਵੀ ਪੇ ਕਰਨਾ ਹੈ, ਅਤੇ ਓਬਵੀਅਸਲੀ ਉਹਨਾਂ ਨੂੰ ਤਾਂ ਫ੍ਰੀ ਨਹੀਂ ਕੁਛ ਮਿਲਦਾ ਪਿਆ। ਤੇ ਸਰ ਖਾਸ ਚੀਜ਼ ਇਹ ਰਹੇਗੀ ਕਿ ਇਸ ਪੈਂਡੇਮਿਕ ਦੇ ਵਿੱਚ ਸੁਣਨ ਨੂੰ ਇਹ ਮਿਲ ਰਿਹਾ ਹੈ ਕਿ ਅੱਖਾਂ ਤੋਂ ਇਹ ਬਿਮਾਰੀ ਜ਼ਿਆਦਾ ਫੈਲ ਰਹੀ ਹੈ। ਕਰੋਨਾ ਵਾਇਰਸ ਜਿਹੜੇ ਆ, ਜੇਕਰ ਅੱਖਾਂ ਦੇ ਨਾਲ ਕੰਟੈਕਟ ਕੀਤਾ ਜਾਵੇ, ਟੱਚ ਕੀਤਾ ਜਾਂਦਾ, ਤੇ ਉਦੋਂ ਤੋਂ ਜਲਦੀ ਫੈਲਦਾ ਹੈ। ਕੀ ਇਹ ਗੱਲ ਸੱਚ ਹੈ? ਜੇ ਸੱਚ ਹੈ ਤੇ ਕਿੰਨੀ ਕੁ ਗੰਭੀਰਤਾ ਹੈ ਇਸ ਮਾਮਲੇ ਦੀ? ਸਰ ਇਹ ਬਿਲਕੁਲ ਸੱਚੀ ਗੱਲ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਜਿਹੜਾ ਸਾਡਾ ਕੰਜਕਟਿਵਾ ਹੁੰਦਾ ਉਹ ਬੜਾ ਸਸੈਪਟੇਬਲ ਹੁੰਦਾ ਹੈਗਾ ਵਾਇਰਸ ਨੂੰ, ਠੀਕ ਹੈ। ਜੇ ਡ੍ਰੌਪਲੇਟਸ ਹੁੰਦੇ ਜੇ ਅੱਖਾਂ ਵਿੱਚ ਜਾਂਦੇ ਤੇ ਦੈਨ ਇਟ ਕੈਨ ਕਾਜ਼ ਇਨਫੈਕਸ਼ਨ। ਤੁਸੀਂ ਬਾਰ-ਬਾਰ ਆਪਣੀ ਅੱਖ ਨੂੰ ਟੱਚ ਕਰਦੇ ਹੋ, ਉਹਦੇ ਵਿੱਚ ਥੋੜ੍ਹਾ ਜਿਹਾ ਟੀਅਰ ਫਿਲਮ ਹੁੰਦੀ ਹੈ, ਉਹਦੇ ਤੋਂ ਤੁਸੀਂ ਫਿਰ ਬਾਕੀ ਚੀਜ਼ਾਂ 'ਤੇ ਟੱਚ ਕਰਦੇ ਹੋ ਤਾਂ ਵਾਇਰਸ ਕੈਨ ਗੈਟ ਟਰਾਂਸਫਰਡ। ਅਤੇ ਓਬਵੀਅਸਲੀ ਸਾਨੂੰ ਇੱਕ ਆਮ ਆਦਮੀ ਦਿਨ ਦੇ ਵਿੱਚ ਆਪਣੇ ਮੂੰਹ ਨੂੰ 2 ਤੋਂ 3 ਹਜ਼ਾਰ ਵਾਰੀ ਟਾਈਮ ਟੱਚ ਕਰਦਾ ਹੈਗਾ। ਇਹ ਬਹੁਤ ਵੱਡੀ ਗੱਲ ਹੈ ਅਤੇ ਅਸੀਂ ਇਹਨੂੰ ਅਵੋਇਡ ਕਰੀਏ। ਅਸੀਂ ਬਾਰ-ਬਾਰ ਆਪਣਾ ਹੱਥ ਮੂੰਹ 'ਤੇ ਨਾ ਲਾਈਏ, ਆਈਜ਼ ਨੂੰ ਕੋਨਿਆਂ 'ਤੇ ਨਾ ਟੱਚ ਕਰੀਏ, ਖਾਰਿਸ਼ ਹੋ ਰਹੀ ਉਹਨੂੰ ਅਵੋਇਡ ਕਰੀਏ, ਸੋ ਦੈਟ ਕਿ ਅਸੀਂ ਬਾਈ ਚਾਂਸ ਹੀ ਨਾ ਆਪਣੇ ਆਪ ਨੂੰ ਇਨਫੈਕਟ ਕਰੀਏ ਜਾਂ ਬਾਈ ਚਾਂਸ ਕਿਸੇ ਹੋਰ ਨੂੰ ਇਨਫੈਕਟ ਨਾ ਕਰੀਏ। ਅਤੇ ਓਬਵੀਅਸਲੀ ਜਿਹੜੇ ਹੁਣ ਅੱਖਾਂ ਦੇ ਕਈ ਪੇਸ਼ੈਂਟ ਆਉਂਦੇ ਸਾਡੇ ਕੋਲ, ਉਹਨਾਂ ਨੂੰ ਕੰਜਕਟਿਵਾਈਟਸ ਵੀ ਹੁੰਦਾ ਹੈ। ਇਸ ਬਿਮਾਰੀ 'ਚ ਕਈਆਂ ਨੂੰ ਕੰਜਕਟਿਵਾਈਟਸ ਵੀ ਹੋ ਸਕਦਾ ਹੈ, ਅਤੇ ਜੇ ਸਾਨੂੰ ਕੋਈ ਸਾਹ ਚੜ੍ਹਦਾ ਹੈ ਅਤੇ ਥੋੜ੍ਹਾ ਕੰਜਕਟਿਵਾਈਟਸ ਹੈ ਤਾਂ ਸਾਨੂੰ ਆਪਣਾ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ। ਤੇ ਸਰ ਜੇਕਰ ਅਸੀਂ ਗੱਲ ਕਰੀਏ ਪ੍ਰੀਕਾਸ਼ਨਸ ਦੀ, ਪ੍ਰੀਕਾਸ਼ਨਸ ਇੱਕ ਤੇ ਹੋ ਗਏ, ਆਪਾਂ ਸੈਨੀਟਾਈਜ਼ਰਸ ਯੂਜ਼ ਕਰ ਸਕਦੇ ਹਾਂ ਜੋ ਕਿ ਸਾਰਿਆਂ ਨੂੰ ਪਤਾ ਸੋਸ਼ਲ ਡਿਸਟੈਂਸਿੰਗ ਹੈ। ਪਲੱਸ ਇਸ ਤੋਂ ਇਲਾਵਾ ਜਿਹੜੇ ਲੋਕ ਅੱਖਾਂ ਦੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾਲ ਜੂਝ ਰਹੇ ਨੇ ਇਸ ਵੇਲੇ, ਕੋਈ ਵੀ ਉਹਨਾਂ ਨੂੰ ਪ੍ਰੋਬਲਮ ਹੈ, ਉਹਨਾਂ ਨੂੰ ਕਿਸ ਤਰ੍ਹਾਂ ਦੇ ਪ੍ਰੀਕਾਸ਼ਨਸ ਲੈਣੇ ਚਾਹੀਦੇ ਨੇ ਅਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੀ ਮੈਡੀਕੇਸ਼ਨ ਖੁਦ ਕਰਨੀ ਚਾਹੀਦੀ ਹੈ? ਸਰ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਉਹਨਾਂ ਨੂੰ ਜਦੋਂ ਆਪਰੇਸ਼ਨ ਹੋ ਗਿਆ ਆਪਣੇ ਘਰ ਵਿੱਚ ਰਹਿਣਾ ਚਾਹੀਦਾ, ਬਿਲਕੁਲ ਬਾਹਰ ਨਾ ਨਿਕਲਣ, ਕਿਉਂਕਿ ਉਹਨਾਂ ਦਾ ਆਪਰੇਸ਼ਨ ਹੋਇਆ, ਵੂੰਡ ਲਾਲ ਹੁੰਦਾ ਹੈ ਅਤੇ ਕੁਛ ਕੀਟਾਣੂ ਕੁਛ ਵੀ ਹੋਏ ਤਾਂ ਇਟ ਕੈਨ ਗੈਟ ਇਨਫੈਕਟਿਡ ਵੈਰੀ ਫਾਸਟ, ਠੀਕ ਹੈ ਨਾ। ਦੂਸਰੀ ਚੀਜ਼ ਹੈ, ਉਹਨਾਂ ਨੂੰ ਆਪਣੇ ਗਲਾਸਿਸ ਜ਼ਰੂਰ ਲਗਾ ਕੇ ਰੱਖਣੇ ਚਾਹੀਦੇ, ਕਿਉਂਕਿ ਗਲਾਸਿਸ ਇੱਕ ਤਰ੍ਹਾਂ ਦੀ ਪ੍ਰੋਟੈਕਸ਼ਨ ਹੁੰਦੀ ਜਿਹਦੇ ਕਰਕੇ ਡ੍ਰੌਪਲੇਟ ਇਨਫੈਕਸ਼ਨ ਵੀ ਤੁਹਾਡੀ ਅੱਖ ਵਿੱਚ ਨਹੀਂ ਜਾਂਦੀ। ਅਤੇ ਜੇ ਕੋਈ ਤੁਹਾਡੇ ਸਾਹਮਣੇ ਸਨੀਜ਼ ਵੀ ਕਰਦਾ, ਜੇ ਤੁਸੀਂ ਆਪਣਾ ਗਲਾਸਿਸ ਲਗਾਏ ਹੁੰਦੇ ਤਾਂ ਯੂ ਆਰ ਕੁਆਇਟ ਪ੍ਰੋਟੈਕਟਿਡ ਅਦਰਵਾਈਜ਼। ਇਹ ਬੜੀ ਇੰਪੋਰਟੈਂਟ ਹੈ। ਅਤੇ ਸਰ ਜੇਕਰ ਹੁਣ ਅਸੀਂ ਗੱਲ ਕਰੀਏ, ਸਰਕਾਰ ਵੱਲੋਂ ਕੁਝ ਹਿਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਪ੍ਰਾਈਵੇਟ ਹੈਲਥ ਸੈਕਟਰਸ ਨੂੰ ਅਤੇ ਪ੍ਰਾਈਵੇਟ ਹੌਸਪੀਟਲਸ ਨੂੰ ਵੀ, ਹੈ ਨਾ, ਉਹ ਹਿਦਾਇਤਾਂ ਕਿੰਨੀਆਂ ਕੁ ਕਾਮਯਾਬ ਹੋਈਆਂ ਹੁਣ ਤੱਕ ਅਤੇ ਕਿੰਨੀਆਂ ਕੁ ਨਾਕਾਮਯਾਬ ਰਹੀਆਂ ਨੇ? ਸੋ ਦੇਖੋ, ਗੌਰਮੈਂਟ ਦੀ ਜੋ ਪੋਲਿਸੀ ਸੀਗੀ ਕਿ ਪਹਿਲੇ ਉਹਨਾਂ ਨੇ ਕਿਹਾ ਕਿ ਤੁਸੀਂ ਐਮਰਜੈਂਸੀ ਕਰੋ, ਫਿਰ ਕਹਿੰਦੇ ਤੁਸੀਂ ਪੂਰੀ ਓਪੀਡੀ ਕਰੋ, ਉਹ ਇੱਕ ਤਰ੍ਹਾਂ ਦੀ ਮਿਕਸਡ ਵਰਜ਼ਨ ਸੀਗਾ। ਗੌਰਮੈਂਟ ਨੂੰ ਜੋ ਨਿਊਜ਼ ਗਈ, ਜਿਸ ਤਰ੍ਹਾਂ ਨਿਊਜ਼ ਗਈ ਉਸ ਤਰ੍ਹਾਂ ਉਹ ਚੱਲ ਰਹੇ ਸੀਗੇ। ਬਟ ਮੈਂ ਤੁਹਾਨੂੰ ਅਸ਼ੋਰੈਂਸ ਦੇ ਸਕਦਾ ਹੈ ਕਿ ਜਿੱਦਾਂ ਸਾਡੀ ਆਫਥਮੋਲੋਜੀ ਦੇ ਜਿੰਨੇ ਚੰਗੇ ਹਸਪਤਾਲ ਹੈਗੇ, ਉਹਨਾਂ ਨੇ ਆਪਣੀ ਐਮਰਜੈਂਸੀ ਓਪੀਡੀ ਬਿਲਕੁਲ ਬੰਦ ਨਹੀਂ ਕੀਤੀ। ਡੇ 1 ਤੋਂ ਕੰਮ ਕਰ ਰਹੇ ਸੀਗੇ, ਹੈਲਪ ਕਰ ਰਹੇ ਸੀ, ਫੋਨ 'ਤੇ ਕਾਲਸ ਅਟੈਂਡ ਕਰ ਰਹੇ ਸੀਗੇ, ਕਿਸੇ ਨੂੰ ਕੋਈ ਲੋੜ ਹੋਈ ਤਾਂ ਕਰਦੇ ਸੀਗੇ। ਮਤਲਬ ਇਹ ਗੱਲ ਮੈਂ ਆਪਣੇ ਆਫਥਮੋਲੋਜੀ ਸੁਸਾਇਟੀ ਦੀ ਗੱਲ ਨਹੀਂ ਕਰ ਰਿਹਾ, ਮੇਰੇ ਖਿਆਲ ਨਾਲ ਜਿੰਨੇ ਵੀ ਚੰਗੇ ਹਸਪਤਾਲ ਹੈਗੇ ਜਲੰਧਰ ਵਿੱਚ ਜਾਂ ਜਿਹੜਾ ਵੀ ਹਸਪਤਾਲ ਹੈਗਾ, ਜਿਹਦੇ ਕੋਲ ਕੋਈ ਮਰੀਜ਼ ਆਉਂਦਾ ਸੀ ਉਹ ਅਟੈਂਡ ਹੋ ਰਿਹਾ ਸੀਗਾ, ਅੱਧਾ ਨਹੀਂ ਸੀ ਕਿ ਨਹੀਂ ਹੋ ਰਿਹਾ ਸੀ। ਹਾਂ, ਪੈਰੀਫਰੀ 'ਤੇ ਕਈ ਜਗ੍ਹਾ 'ਤੇ ਛੋਟੇ ਹਸਪਤਾਲ ਬੰਦ ਹੋ ਸਕਦੇ ਆ। ਹੁਣ ਤੁਸੀਂ ਖੁਦ ਸੋਚੋ ਕਿ ਜੇ ਹਸਪਤਾਲ ਸਟਾਫ ਹੀ ਨਹੀਂ ਆ ਰਿਹਾ ਤਾਂ ਹਸਪਤਾਲ ਚੱਲੇਗਾ ਕਿੱਦਾਂ? ਮੇਨ ਤਾਂ ਸਟਾਫ ਨੂੰ ਆਉਣ ਦੀ ਵੀ ਸਭ ਤੋਂ ਬੜੀ ਦਿੱਕਤ ਹੈਗੀ। ਮੈਂ ਤੁਹਾਨੂੰ ਉਹੀ ਦੱਸ ਰਿਹਾ ਹੈਗਾ ਕਿ ਅਸੀਂ ਵੀ ਇਸ ਵੇਲੇ ਆਪਣੇ 1/3 ਸਟਾਫ ਨਾਲ ਕੰਮ ਕਰ ਰਹੇ ਹੈਗੇ, ਬਿਕੋਜ਼ ਅਸੀਂ ਨਹੀਂ ਚਾਹੁੰਦੇ ਕਿ ਕੋਈ ਪੇਸ਼ੈਂਟ ਐਮਰਜੈਂਸੀ ਵਾਲਾ ਖਰਾਬ ਹੋਏ। ਅਤੇ ਸਰ ਐਸੇ ਕਿਹੜੇ ਸਟੈਪਸ ਸੀਗੇ ਜਿਹੜੇ ਕਿ ਗਵਰਨਮੈਂਟ ਨੂੰ ਉਠਾਉਣੇ ਚਾਹੀਦੇ ਸੀਗੇ ਸ਼ੁਰੂਆਤ ਦੇ ਵਿੱਚ ਹੀ, ਪਰ ਹਾਲੇ ਤੱਕ ਚੁੱਕੇ ਨਹੀਂ ਗਏ? ਸਰ ਗੌਰਮੈਂਟ ਨੂੰ ਇੱਕ ਇਨਫੋਰਮੇਸ਼ਨ ਸੀਗੀ ਕਿ ਅਸੀਂ ਲੋਕਡਾਊਨ ਕਰ ਰਹੇ ਹੈਗੇ ਹਾਂ, ਲੋਕਡਾਊਨ ਕਰ ਰਹੇ ਹਾਂ, ਅਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਕੰਮ ਕਰਨਾ ਚਾਹੀਏ ਜਿਹੜੇ ਮਾਈਗਰੈਂਟ ਵਰਕਰ, ਮਾਈਗਰੈਂਟ ਲੇਬਰਰਸ ਜਾਂ ਪੀਪਲ ਹੂ ਆਰ ਸਟੇਇੰਗ ਆਊਟ ਆਫ ਸਟੇਟ, ਉਹਨਾਂ ਨੂੰ ਇਨਫੋਰਮ ਕੀਤਾ ਹੈ ਕਿ ਇਸ ਤਰੀਕ ਨੂੰ ਲੋਕਡਾਊਨ ਹੈ, ਤੁਸੀਂ ਇਸ ਤੋਂ ਪਹਿਲੇ ਆਪਣਾ ਜਾ ਸਕਦੇ ਹੋ। ਦੇ ਕੁਡ ਹੈਵ ਟਰੈਵਲਡ। ਹੁਣ ਜਦੋਂ ਅਸੀਂ ਲੋਕਡਾਊਨ ਕਰਤਾ, ਦੇ ਵਰ ਸਟਕ ਹੇਅਰ ਵਿਦਾਊਟ ਮਨੀ, ਵਿਦਾਊਟ ਐਨੀਥਿੰਗ, ਵਿਦਾਊਟ ਫੂਡ, ਈਵਨ ਪਾਣੀ ਵੀ ਕਈਆਂ ਨੂੰ ਚੰਗੀ ਤਰ੍ਹਾਂ ਨਹੀਂ ਮਿਲਦਾ ਸੀਗਾ। ਨਾਓ ਦੇ ਆਰ ਟਰੈਵਲਿੰਗ। ਸੋ ਇੱਕ ਤਰ੍ਹਾਂ ਦਾ ਅਸੀਂ ਸਪਰੈਡ ਕਰ ਰਹੇ ਹਾਂ ਦੁਬਾਰਾ। ਇਹ ਚੀਜ਼ ਗੌਰਮੈਂਟ ਨੂੰ ਪਹਿਲੇ ਕਰਨੀ ਚਾਹੀਦੀ ਸੀ। ਤੀਸਰੀ ਚੀਜ਼ ਹੈਗੀ ਹੈ ਕਿ ਜਿੱਦਾਂ ਗੌਰਮੈਂਟ ਕੋਲ ਇਨਫੋਰਮੇਸ਼ਨ ਸੀਗੀ ਕਿ ਮਾਸਕ, ਸੈਨੀਟਾਈਜ਼ਰਸ, ਇਹ ਸਭ ਦੀ ਸ਼ਾਰਟੇਜ ਆ ਸਕਦੀ ਹੈ ਆਪਣੇ ਕੰਟਰੀ ਵਿੱਚ, ਅਤੇ ਉਹਨਾਂ ਨੂੰ ਆਲਰੇਡੀ ਦੇ ਸ਼ੁੱਡ ਹੈਵ ਸਟਾਰਟਿਡ
ਕਿ ਇਹ ਪ੍ਰੋਸੈਸ ਥੋੜਾ ਸਮੂਥ ਨਾ ਹੋ ਜਾਏ, ਕਿਉਂਕਿ ਹੁਣ ਤੁਸੀਂ ਖੁਦ ਹੀ ਦੇਖ ਰਹੇ ਹੋ ਜਿਹੜਾ ਮਾਸਕ 2 ਰੁਪਏ ਦਾ ਮਿਲਦਾ ਸੀ ਉਹ 10 ਰੁਪਏ ਦਾ ਮਿਲ ਰਿਹਾ, ਜਿਹੜਾ 80 ਰੁਪਏ ਦਾ ਮਿਲਦਾ ਸੀ ਉਹ 350 ਦਾ ਮਿਲਦਾ। ਇਨਫਲੇਸ਼ਨ ਨੂੰ ਕੰਟਰੋਲ ਕਰਨਾ ਗਵਰਨਮੈਂਟ ਦੇ ਹੱਥ ਵਿੱਚ ਹੈ, ਤੇ ਉਹਨਾਂ ਨੂੰ ਜਦ ਵਰਲਡ ਤੋਂ ਡਾਟਾ ਮਿਲ ਹੀ ਗਿਆ ਸੀ, ਦੇ ਕੁਡ ਹੈਵ ਸਟਾਪ ਦਿਸ ਆਲ ਦਿਸ। ਤੇ ਸਰ ਜੇਕਰ ਹੁਣ ਅਸੀਂ ਗੱਲ ਕਰੀਏ, ਮੇਰਾ ਆਖਰੀ ਸਵਾਲ ਇਹੀ ਰਹੇਗਾ ਕਿ ਰਿਬੇਟਸ ਕਿਸ ਤਰ੍ਹਾਂ ਦੀਆਂ ਦਿੱਤੀਆਂ ਗਈਆਂ ਨੇ, ਜਾਂ ਰਿਬੇਟਸ ਜੇਕਰ ਨਹੀਂ ਦਿੱਤੀਆਂ ਗਈਆਂ, ਕਿਸੇ ਵੀ ਤਰ੍ਹਾਂ ਦੀ ਰਿਲੈਕਸੇਸ਼ਨ ਨਹੀਂ ਦਿੱਤੀ ਗਈ, ਭਾਵੇਂ ਉਹ ਫਾਈਨੈਂਸ਼ੀਅਲੀ ਹੋਵੇ, ਭਾਵੇਂ ਉਹ ਮਟੀਰੀਅਲਿਸਟਿਕਲੀ ਜਾਂ ਇਨਫਰਾਸਟ੍ਰਕਚਰ ਦੇ ਤੌਰ ਦੇ ਉੱਤੇ ਕੋਈ ਮਦਦ ਹੋਵੇ, ਉਹ ਕਿਹੜੀਆਂ ਦੇਣੀਆਂ ਚਾਹੀਦੀਆਂ ਸੀਗੀਆਂ ਗਵਰਨਮੈਂਟ ਨੂੰ, ਦੇ ਸਕਦੇ ਸੀਗੇ ਜਾਂ ਹੁਣ ਤੱਕ ਦੇ ਨਹੀਂ ਪਾਏ? ਨਹੀਂ, ਇਸ ਤਰ੍ਹਾਂ ਕੁਛ ਨਹੀਂ ਹੈ ਕਿ ਗਵਰਨਮੈਂਟ ਨੇ, ਮੈਂ ਨਹੀਂ ਕਹਿ ਰਿਹਾ ਕਿ ਗਵਰਨਮੈਂਟ ਨੇ ਵਧੀਆ ਕੰਮ ਨਹੀਂ ਕੀਤਾ। ਗਵਰਨਮੈਂਟ ਨੇ ਹੁਣ ਜਿਹੜੀ ਕੱਲ੍ਹ 2 ਦਿਨਾਂ ਵੀ ਤੁਸੀਂ ਸੁਣਿਆ ਕਿ ਸੋ ਮਚ ਆਫ ਮਨੀ ਇਜ਼ ਇਨਫਿਊਜ਼ ਸਾਡੇ ਸਮਾਲ ਇੰਡਸਟਰੀ ਵਿੱਚ, ਮੀਡੀਅਮ ਸਾਈਜ਼ ਇੰਡਸਟਰੀ ਵਿੱਚ, ਅਤੇ ਦੈਟ ਇਜ਼ ਅ ਵੈਰੀ ਬਿਗ ਸਟੈਪ। ਉਹਦੇ ਨਾਲ ਸਾਡੀ ਇਕੋਨਮੀ ਨੂੰ ਬਹੁਤ ਬੂਸਟ ਮਿਲੇਗਾ। ਫਿਰ ਉਹਨਾਂ ਨੇ ਇੱਕ ਹੋਰ ਪਾਸ ਕੀਤਾ ਕਿ ਜਿਹੜੇ ਗਵਰਨਮੈਂਟ ਟੈਂਡਰਸ ਅਪ ਟੂ ਸਮ ਅਮਾਊਂਟ, ਆਈ ਥਿੰਕ 2 ਕਰੋੜ ਰੁਪੀਜ਼ ਔਰ 200 ਕਰੋੜ ਰੁਪੀਜ਼ ਸਮਥਿੰਗ, ਉਹ ਸਿਰਫ ਇੰਡੀਅਨ ਕੰਪਨੀਜ਼ ਕਰ ਸਕਦੀਆਂ। ਉਹਦੇ ਨਾਲ ਇੰਡੀਅਨ ਇਕੋਨਮੀ ਨੂੰ ਬਹੁਤ ਫਰਕ ਪਏਗਾ, ਅਤੇ ਵੀ ਕੈਨ ਰਾਈਜ਼ ਅਗੇਨ, ਅਤੇ ਜੋਬਸ ਵਧਣਗੀਆਂ, ਅਤੇ ਸਭ ਕੁਛ ਹੋਏਗਾ। ਲੇਕਿਨ ਹਾਂ, ਤੁਸੀਂ ਇਹ ਸੋਚੋ ਕਿ ਜਿਹੜਾ ਕਿ ਇੰਨਾ ਵੱਡਾ ਕੰਟਰੀ ਅਮੈਰੀਕਾ, ਵਰਲਡ ਪਾਵਰ ਅਮੈਰੀਕਾ, ਇਜ਼ ਸਫਰਿੰਗ ਬਿਕੋਜ਼ ਆਫ ਕਰੋਨਾ, and we are able to survive because of our government policies. So government is try to do something good. ਤੇ ਇਹ ਨਹੀਂ ਹੈ ਕਿ ਉਹ ਨਾਕਾਮ ਰਹੀ ਹੈ। ਹਾਂ ਠੀਕ ਹੈ, ਬਿਮਾਰੀ ਇੱਦਾਂ ਦੀ ਜਿਹੜੀ ਪਕੜੀ ਨਹੀਂ ਜਾ ਸਕਦੀ, ਹਲੇ ਇਹਦਾ ਇਲਾਜ ਨਹੀਂ ਆਇਆ। ਜੇ ਇੱਕ ਵਾਰੀ ਇਹਦਾ ਇਲਾਜ ਆ ਜਾਏ ਤਾਂ ਪ੍ਰੋਬਬਲੀ ਅਸੀਂ ਇਹਨੂੰ ਵੀ ਕੈਨ ਕੌਂਕਰ, ਓਵਰਕਮ ਇਟ। ਤੇ ਸਰ ਆਖਰੀ ਚੀਜ਼, ਜਿਹੜੇ ਦਰਸ਼ਕ ਨੇ ਉਹਨਾਂ ਨੂੰ ਕੀ ਅਪੀਲ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਆਪਣਾ ਪ੍ਰੀਕਾਸ਼ਨਸ ਕਰਨ, ਬਚ ਕੇ ਰਹਿਣ, ਤੇ ਕੀ ਮੈਜਰਸ ਲੈਣ ਜਿਸ ਕਾਰਨ ਉਹ ਕੋਵਿਡ ਤੋਂ ਤਾਂ ਬਚਣ ਹੀ ਬਚਣ, ਬਟ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਪਰਿਵਾਰ ਨੂੰ ਵੀ ਸੇਫ ਰੱਖਣ? ਸਰ ਮੇਰੀ ਤੇ ਲੋਕਾਂ ਨੂੰ ਸਿਰਫ ਇੱਕ ਹੀ ਰਾਏ ਹੈਗੀ ਹੈ ਕਿ ਦੇਖੋ, ਲੋਕਡਾਊਨ ਹੁਣ ਖੁੱਲ੍ਹਣ ਜਾ ਰਿਹਾ ਹੈਗਾ, ਬਹੁਤ ਜਗ੍ਹਾ ਰਿਲੈਕਸੇਸ਼ਨ ਮਿਲ ਗਈ ਹੈਗੀ ਹੈ, ਅਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅੱਜ ਹੀ ਜਾ ਕੇ ਸਾਰਾ ਸਮਾਨ ਦੁਕਾਨ ਤੋਂ ਖਰੀਦ ਲਈਏ, ਸਾਰੇ ਇਕੱਠੇ ਚਲੇ ਜਾਈਏ, ਮਤਲਬ ਇਹ ਨਹੀਂ ਹੋਣਾ ਚਾਹੀਦਾ। ਅਸੀਂ ਆਰਾਮ ਨਾਲ ਜਾਈਏ, ਸਮਾਨ ਉੱਥੇ ਹੀ ਹੈ, ਸਮਾਨ ਸਾਰਿਆਂ ਨੂੰ ਮਿਲ ਜਾਏਗਾ, ਦੁਕਾਨਦਾਰ ਵੀ ਉੱਥੇ ਖੋਲ੍ਹ ਕੇ ਬੈਠਾ ਹੈਗਾ, ਅਸੀਂ ਵੀ ਬੈਠੇ ਹਾਂ। ਆਰਾਮ ਨਾਲ ਲਾਓ, ਆਪਣਾ ਸਮਾਨ ਲਓ, ਵਾਰੀ ਸਿਰ ਜਾਓ, ਵਾਰੀ ਸਿਰ ਆਓ, ਰਸ਼ ਨਾ ਪਾਓ। ਇਹ ਨਹੀਂ ਕਿ ਆਪਣੇ ਸਾਰੇ ਬੱਚੇ ਲੈ ਕੇ ਜਾਓ। ਇਹ ਮੈਂ ਸਮਝਦਾ ਹਾਂ ਕਿ ਬੱਚੇ ਤਾਂ ਬਹੁਤ ਹੀ ਜ਼ਿਆਦਾ ਤੰਗ ਆ ਗਏ ਘਰ ਆ ਕੇ, ਲੇਕਿਨ ਉਹਨਾਂ ਦੀ ਸੇਫਟੀ ਬਚਣ ਵਿੱਚ ਹੀ ਹੈਗੀ ਹੈ। ਸੋ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਆਫਥਲਮੋਲੋਜਿਸਟ ਡਾਕਟਰ ਅਮਨਦੀਪ ਅਰੋੜਾ ਜੀ ਨੇ ਇਹੀ ਦੱਸਿਆ ਹੈ ਕਿ ਸਰਕਾਰ ਨੇ ਆਪਣੇ ਐਫਰਟਸ ਪੂਰੇ ਕੀਤੇ ਨੇ, ਪਰ ਜਦੋਂ ਉਹਨਾਂ ਨੂੰ ਡਾਟਾ ਮਿਲ ਗਿਆ ਸੀਗਾ ਤੇ ਉਹਨਾਂ ਨੂੰ ਥੋੜ੍ਹਾ ਜਿਹਾ ਸਮੂਥਨ ਅਪ ਕਰਨਾ ਚਾਹੀਦਾ ਸੀਗਾ ਉਹਨਾਂ ਚੀਜ਼ਾਂ ਨੂੰ ਜੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਹਿੰਗੀਆਂ ਹੋ ਸਕਦੀਆਂ ਸੀਗੀਆਂ, ਮਾਸਕ ਜਾਂ ਸੈਨੀਟਾਈਜ਼ਰ ਵਾਂਗੂ। ਤੇ ਲੋਕਾਂ ਨੂੰ ਵੀ ਆਪਣੇ ਇਹਤਿਆਤ ਹਾਲੇ ਵੀ ਵਰਤਣੇ ਚਾਹੀਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਵੀ, ਤਾਂ ਜੋ ਉਹਨਾਂ ਦੀ ਫੈਮਲੀਜ਼ ਵੀ ਸੇਫ ਰਹਿਣ ਤੇ ਨਾਲੋਂ ਨਾਲ ਆਪਣੇ ਆਪ ਨੂੰ ਵੀ ਉਹ ਸੇਫ ਰੱਖਣ ਕਰੋਨਾ ਵਾਇਰਸ ਦੇ ਸਪਰੈਡ ਤੋਂ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ ਤੋਂ।